ਤਸਵੀਰਾਂ ਨਾ ਫਾਤਮਾ ਤੰਬੂਰ ਅਸਜਦ ਭਾਈ ਇਹਨਾਂ ਦਾ ਮੀਡੀਆ ਬਣਾ ਕੇ ਨਾ ਝੂਠੀ ਫਲੈਕਸ ਲਾਈ ਹੋਈ ਸੋ ਤੇ ਕਹਿੰਦਾ ਜੀ ਮੈਂ ਮੀਡੀਆ ਵਿੱਚ ਮਿਲਾ ਕੇ ਤੇ ਵਾਇਰਲ ਕੀਤੀਆਂ ਨੇ, ਲੇਕਿਨ ਮੈਂ ਨਹੀਂ ਮੰਨ ਸਕਦੀ ਮੇਰੀ ਬੱਚੀ ਨੇ ਜ਼ਹਿਰ ਖਾਧੀ ਹੋਵੇ। ਜਿਸ ਆਦਮੀ ਦੀਆਂ ਧਮਕੀਆਂ ਹਨ ਨਾ ਮੇਰੀ ਬੇਟੀ ਦੇ ਉੱਪਰ ਲੱਗੀਆਂ ਹੋਈਆਂ, ਜਿਹੜੀਆਂ ਵੈਸਾਂ ਸਾਡੇ ਕੋਲ ਮੌਜੂਦ ਹੈਗੀਆਂ ਨੇ, ਉਹਦੇ ਵਿੱਚ ਸਾਨੂੰ ਨਹੀਂ ਲੱਗਦਾ ਸਾਡੀ ਬੇਟੀ ਨੇ ਜ਼ਹਿਰ ਖਾਧੀ, ਸਾਡੀ ਬੇਟੀ ਨੂੰ ਖਿਲਾਈ ਗਈ ਹੈ। ਪਿੱਛਾ ਕੋ ਕਰ ਰਿਹਾ ਸੀ ਮੇਰੀ ਬੱਚੀ ਦਾ। 1 ਕਾਲ ਦਾ ਜਵਾਬ ਨਹੀਂ ਦਿੱਤਾ ਗਿਆ, ਮੈਨੂੰ ਬਚਾਇਆ ਨਹੀਂ ਗਿਆ। ਇਹ ਉੱਪਰ ਤੱਕ ਗੱਲ ਕਿਉਂ ਹੈ ਜਿਹੜੀ 1 ਨਹੀਂ आई। अस्सलामुअलैकुम जी, उम्मीदें के साथ मैं हूं आपकी मेज़बान मरियम इकराम। जी नाज़रीन, इस वक्त मेरे साथ एक ऐसी मज़लूम माँ मौजूद है जिन्होंने अपनी बच्ची मासूम बेटी के साथ 13 से 14 साल की उम्र में ज़्यादती की तकलीफ़ को भी बर्दाश्त किया। और ज़्यादती करने वाले कोई और नहीं बल्कि सगों के ही बच्चे थे। और अभी उनकी बच्ची की दोबारा शादी की गई। शादी के बाद उस बच्ची के साथ क्या हुआ कि वो आज इनके साथ मौजूद नहीं है। बच्ची इस दुनिया से जा चुकी है। उसे किसने मारा, किसने ज़्यादती की, कि क्या वाक़यात हैं, इसी माँ से जानते हैं कि हमारे मुल्क में इतना जुल्म खुलेआम किस तरह से हो रहा है। अस्सलाम वालेकुम सलाम। माँ जी, 13 साल की मासूम बच्ची के साथ ज़्यादती हुई, उस वक्त किसने ज़्यादती की और बच्ची को अकेला क्यों छोड़ा गया? ਇਹ ਨਾ ਰਿਸ਼ਤੇ ਵਿੱਚ ਨਾ ਚਾਚਾ ਲੱਗਦਾ ਇਹਨਾਂ ਦਾ, ਸਾਥ ਘਰ ਹੈਗਾ। ਦਰਵਾਜ਼ੇ 2 ਨੇ, ਇੱਕ ਉਹਨਾਂ ਦਾ ਦਰਵਾਜ਼ਾ ਇੱਕ ਉਹਨਾਂ ਦਾ ਦਰਵਾਜ਼ਾ। ਅਸੀਂ ਘਰ 'ਚ ਮੈਂ ਮੌਜੂਦ ਨਹੀਂ ਹੈ, ਨਾ ਉਹਦਾ ਬਾਪ ਮੌਜੂਦ ਆ, ਬੱਚੇ ਮੌਜੂਦ ਸਨ। ਕੋਈ ਚੀਜ਼ ਲੈਣ ਨਿਕਲੀ ਹੈ ਬਾਹਰ ਦੁਕਾਨ ਤੇ, ਇਹਨਾਂ ਨੇ ਉਹਨੂੰ ਵੱਲ ਲਾ ਲਿਆ, ਤੇਰੀ ਮਾਂ ਕੋਲ ਅਸੀਂ ਜਾਂਦੇ ਪਏ ਉੱਥੇ ਤੈਨੂੰ ਛੱਡ ਕੇ ਆਨੇ। ਤੇ ਉਹ ਇਹਨਾਂ ਦੇ ਕਹਿਣ ਤੇ ਚਲੀ ਗਈ ਇਹਨਾਂ ਦੇ ਨਾਲ। ਸਮਝ ਨਹੀਂ ਆਉਂਦੀ ਕਿਸ ਚੀਜ਼ ਤੇ ਲੈ ਗਏ ਨੇ, ਜਾਂ ਉਹ ਕਹਿੰਦੀ ਮੈਨੂੰ ਗੱਡੀ ਵਿੱਚ ਲੈ ਗਏ ਨੇ। ਬੱਚੀ ਕਹਿੰਦੀ ਅੱਗੇ ਗੱਡੀ ਖੜੀ ਉਹਦੇ ਵਿੱਚ ਮੈਨੂੰ ਪਾ ਕੇ ਲੈ ਗਏ ਨੇ। 3 ਦਿਨ ਅਸੀਂ ਲੱਭਦੇ ਰਹੇ, ਸਾਨੂੰ ਨਹੀਂ ਲੱਭੀ। ਵਾਪਸ ਜਦੋਂ ਆਈ ਨਾ ਬੱਚੀ, ਉਦੋਂ ਉਹਨੇ ਸਾਨੂੰ ਇਹ ਸਾਰੀਆਂ ਗੱਲਾਂ ਵੀ ਦੱਸੀਆਂ ਨੇ ਤੇ ਉਹਨੇ ਬੰਦੇ ਵੀ ਦੱਸੇ ਸਨ ਵੀ ਇਹ ਸਾਜਦ ਹੈ, ਉਮਰ ਹੈ, ਇਹਨਾਂ ਮੈਨੂੰ ਅਗਵਾ ਕਰਕੇ ਲੈ ਗਏ ਨੇ। ਇਸ ਤਰੀਕੇ ਮੈਨੂੰ ਇਹਨਾਂ ਗਲਤ ਬਿਆਨੀ ਕੀਤੀ ਹੈ। सही, तो आपको जब पता चला आपने तब कोई कार्रवाई नहीं की? ਕੀ ਅਸੀਂ ਇਹਨਾਂ ਦੇ ਪਰਚਾ ਦਿੱਤਾ ਹੈ, ਜਿਹੜਾ ਇਹਨਾਂ ਨੂੰ 14 ਸਾਲ ਸਜ਼ਾ ਹੋਈ ਹੈ। ਉਸ 14 ਸਾਲ ਜਿਹੜੀ ਸਜ਼ਾ ਹੋਈ ਹੈ, ਉਸ ਦੇ ਬਾਅਦ ਜਿਹੜੇ ਇਹਦੇ ਪਿੱਛੇ ਭੈਣ ਭਾਈ ਨੇ, ਉਹਨਾਂ ਸਾਡੇ ਨਾਲ ਨਾ ਦੁਸ਼ਮਣੀ ਜਾਰੀ ਕਰ ਦਿੱਤੀ। ਜਿਸ ਦੁਸ਼ਮਣੀ ਦੇ ਬਿਨਾਂ ਮੇਰੀ ਬੇਟੀ ਤੇ ਤਰ੍ਹਾਂ ਦੀ ਤੋਹਮਤਾਂ, ਤਰ੍ਹਾਂ ਦੇ ਇਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਨੇ। ਉਸ ਤੋਂ ਬਾਅਦ ਐਸੇ ਗਿਲਾਉਣੇ ਇਹਨਾਂ ਸਾਜ਼ਿਸ਼ਾਂ ਦੇ ਨਾਲ ਉਹਦੇ ਤੇ ਕੀਤੇ ਨਾ, ਉਹ ਅਸੀਂ ਸੋਚ ਵੀ ਨਹੀਂ ਸਕਦੇ। ਕਦੇ ਸਾਡੇ ਘਰ ਨੂੰ ਚੋਰ ਪਾ ਦਿੰਦੇ ਸਨ, ਕਦੇ ਮੇਰੇ ਜਵਾਈ ਨੂੰ ਰਸਤੇ ਦੇ ਉੱਤੇ ਨਾ ਡਕੈਤ ਪਾ ਦੇਣੇ। ਇਸ ਤਰੀਕੇ ਦੀਆਂ ਇਹ ਸਾਡੇ ਨੇ ਮੇਰੀ ਬੇਟੀ ਨਾਲ। ਉਹਨੂੰ ਨਹੀਂ ਇੱਕ ਦਿਨ ਵੀ ਸਕੂਨ ਲੈਣ ਦਿੱਤਾ ਨੇ, ਇੱਕ ਰਾਤ ਵੀ ਸਕੂਨ ਲੈਣ ਦਿੱਤਾ ਨੇ। आपकी बच्ची जो है उससे मैं पूछना चाहती हूँ कि अभी दुनिया में नहीं है, अल्लाह पाक उनकी मग़फ़िरत फ़रमाए। तो लोगों का कहना ये भी है कि शायद कुछ तस्वीर उनकी जो वायरल हुई थी, जो लीक हुई थी, इस वजह से उन्होंने डिप्रेशन में आके खुदकुशी की। जो लोग कह रहे ने ना, तस्वीर सानू भी ऐसे ही लगा। पहले जिसले असी साडी बेटी दुनिया ते नहीं रही ना, सानू भी ऐसे ही लगा भी गैरत नाल साडी मेरी बेटी जिहड़ी ना दुनिया तो चली गई है। जैसे टाइम गुजरदा गया ना, ते साडे सामने चीज़ां आंदियां रहियां ने। वो चीज़ां दे विच बेटी जहर नहीं लै सकदी, उनदे 4 बच्चे ने, वो किवें जहर लै सकदी है? तस्वीरें किसने लीक की थी? तस्वीरां ना फातिमा औरत एक हैगी है, हेल्थ वर्क लगी, इस साजद दी बहन हैगी है, साजद तो बड़ी हैगी है उसने। और दूसरा वो साजद दा भतीजा तंबूर, उसने दूसरा असजद भाई इन्हां दा मीडिया बना के ना झूठी फ्लैक्स लाई हुई सो ते कहंदा जी मैं मीडिया विच लगा है। इन्हां 3 ना बना के तस्वीरां ते नाल साथ गाँव दे होर साडे रिश्तेदार जिहड़े ने उन्हां नूं मिला के ते वायरल कीतियां ने, करके वायरल ते ओनू जलील कीता। क्या वो तस्वीरें आपकी बेटी की नहीं थी? मेरी बेटी दा चेहरा है, धड़ नहीं है मेरी बेटी दा। ਜਿਹੜਾ ਅਸੀਂ ਸਾਈਬਰ ਕ੍ਰਾਈਮ ਵਿੱਚ ਦਰਖਾਸਤ ਦਿੱਤੀ ਹੈ, ਸਾਈਬਰ ਕ੍ਰਾਈਮ ਨੇ ਫਿਰ ਉਹ ਜਿਹੜੇ ਹੈਗੇ ਸਨ ਚੀਜ਼ਾਂ ਉਹਨੇ ਸਾਰੀਆਂ ਜਿਸ ਇਕੱਠੀਆਂ ਕੀਤੀਆਂ ਨੇ। ਜਿਹੜਾ ਮੇਰੀ ਬੇਟੀ ਦਾ ਮੋਬਾਈਲ ਉਹਨਾਂ ਜਮ੍ਹਾਂ ਕੀਤਾ, ਉਸ ਬੇਟੀ ਦੇ ਮੋਬਾਈਲ 'ਚ ਡੇਟਾ ਜਿਹੜਾ ਨਿਕਲਣ ਉਹਦੇ ਵਿੱਚ ਗੈਰ ਬੰਦਿਆਂ ਦੀਆਂ ਧਮਕੀਆਂ ਔਰ ਨਜਾਇਜ਼ ਗੱਲਾਂ
ਇੱਕ ਧਮਕੀ ਮੇਰੇ ਮੋਬਾਈਲ 'ਤੇ ਵੀ ਆਈ ਹੋਈ ਹੈ, ਜਿਹੜਾ ਮੈਨੂੰ ਪਤਾ ਹੀ ਨਹੀਂ ਚੱਲਾ ਤੇ ਮੇਰੇ ਮੋਬਾਈਲ 'ਚ ਨਿਕਲੀ ਹੈ। ਅਤੇ ਮੈਂ ਸਾਦੀ ਔਰਤ, ਮੈਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ। ਮੇਰੇ ਮੋਬਾਈਲ ਦੀ ਲੋਕੇਸ਼ਨ ਜਿਹੜੀ ਉਹਨਾਂ ਨੇ ਉਹ ਵੀ ਜਮ੍ਹਾਂ ਕੀਤਾ ਸੀ, ਉਹਦੇ 'ਚ ਵੀ ਨਿਕਲੀ ਹੈ। ਮੇਰੀ ਬੇਟੀ ਦੇ ਮੋਬਾइल से ऐसी ऐसी चीज़ां निकलियां ने, मेरी बेटी कत्ल की गई है। उन्होंने आपको कैसे पता चला कि आपकी बेटी मर चुकी है या कहाँ पर है, किस तरह से है, किस तरह आपको पता चला? मेरी बेटी ਨੂੰ ਇਸ ਤਰ੍ਹਾਂ ਪਤਾ, ਜਿੱਥੇ ਮੇਰੀ ਬੇਟੀ ਬਾਜ਼ਾਰ ਗਈ ਹੈ, ਕੱਪੜੇ ਬੱਚਿਆਂ ਦੇ ਛਾਪਰ ਉਹਦੇ ਹੱਥ ਵਿੱਚ ਹੈਗੇ ਨੇ, ਬਾਜ਼ਾਰ ਦੇ ਵਿੱਚੋਂ ਵਾਪਸੀ ਆ ਰਹੀ ਹੈ, ਇੱਕ ਉੱਥੇ ਦੁਕਾਨ ਹੈਗੀ, ਉੱਥੇ ਮੇਰੀ ਬੇਟੀ ਬਾਜ਼ਾਰ ਦੇ ਵਿੱਚ ਡਿੱਗੀ ਹੈ। ਉੱਥੋਂ ਮੈਨੂੰ ਕਾਲ ਆਉਂਦੀ ਹੈ, ਮੈਂ ਆਪਣੇ ਜਵਾਈ ਨੂੰ ਕਾਲ ਕੀਤੀ ਹੈ, ਉਹਨਾਂ ਨੇ ਬੰਦਿਆਂ ਨੇ ਮੈਨੂੰ ਇਹ ਗੱਲ ਕੀਤੀ ਹੈ, ਤੇਰੀ ਬੇਟੀ ਨੇ ਜ਼ਹਿਰ ਖਾਧੀ ਹੋਈ ਹੈ ਤੇ ਉਲਟੀਆਂ ਕਰਦੀ ਪਈ ਹੈ। ਮੇਰਾ ਜਵਾਈ ਪੱਠੇ ਲੈਣ ਜਾਂਦਾ ਟਾਲ ਤੋਂ, ਉਹ ਵੀ ਗਿਆ, ਇੱਥੇ ਬੰਦੇ ਇਕੱਠੇ ਹੋਏ ਖਲੇ ਨੇ। ਫੌਰਨ ਹੀ ਹੋ ਸਕੇ ਤੇ ਮੇਰੀ ਬੀਬੀ ਹੈ, ਉਹਨੇ ਕੋਈ ਕਿਸੇ ਕੋਲ ਪੁੱਛਾ ਨਹੀਂ, ਕੋਈ ਕਿਸੇ ਨੂੰ, ਉਹਨੇ ਜਲਦੀ ਨਾਲ ਫੌਰਨ ਮੇਰੀ ਕਾਲ ਉਹਨੂੰ ਗਈ ਹੈ ਤੇ ਉਹਨੇ ਕਾਲ ਮੇਰੇ ਨਾਲ ਗੱਲ ਕਰਦਾ, ਨਾਲੇ ਉਹਨੂੰ ਰਕਸ਼ੇ ਦੇ ਵਿੱਚ ਸੁੱਟਦਾ। ਰਕਸ਼ਾ ਵੀ ਸਾਡੇ ਉੱਥੋਂ ਪਿੰਡ ਦਾ ਹੀ ਹੈ, ਸੜਕ ਦੇ ਉੱਤੋਂ ਗੁਜ਼ਰ ਰਿਹਾ ਸੀ ਤੇ ਉਹਦੇ ਵਿੱਚ ਪਾ ਕੇ ਉੱਥੇ ਲੈ ਗਏ ਸੀ ਹਸਪਤਾਲ। ਮੇਰੀ ਬੇਟੀ ਜਦੋਂ ਦੁਨੀਆ ਤੇ ਨਹੀਂ ਰਹੀ ਨਾ, ਉਸ ਟਾਈਮ ਤੇ ਅੱਜ ਟਾਈਮ ਤੱਕ ਮੈਨੂੰ ਅਜੇ ਵੀ ਸਮਝ ਨਹੀਂ ਆਉਂਦੀ ਮੈਂ ਰਸਤੇ ਕਿਹੜੇ ਜਾਣਾ। ਮੇਰੇ ਪੇਟ 'ਚ ਬਹੁਤ ਤਕਲੀਫ ਉਸਲਾਉਂਦੀ ਹੈ ਜਿਸ ਟਾਈਮ ਪਤਾ ਚੱਲਦਾ ਬੇਟੀ ਦੁਨੀਆ ਤੇ ਨਹੀਂ ਹੈ। मासूम अपने 4 बच्चों को छोड़कर इस दुनिया से रुखसत हुई और इल्ज़ाम ये लगाया गया कि जहर खा लिया गया है। वालिदा इतनी जज्बाती हैं कि जाहिर है कि जवान बेटी की जाने की ख़बर अभी तक वो नहीं बर्दाश्त कर पा रही कि किस तरह से इस चीज़ को हम सोचें, किस तरह देखें। माँ जी, मैं आपसे ये पूछना चाहती हूँ कि ये ख़ुदकुशी के केस को आपने किस तरह इन्वेस्टिगेट किया कि आप कह रहे हैं कि उसको कत्ल किया गया? मैं बेटा जिस टाइम मेरी बेटी ਦੀ ਮਈਅਤ ਹਸਪਤਾਲ ਵਾਲਿਆਂ ਨੇ ਮੇਰੀ ਬੇਟੀ ਨੂੰ ਉੱਥੋਂ ਕੀਤਾ ਨਾ, ਅੱਗੇ ਨੂੰ ਲੈ ਜਾਓ। ਜਿਨ੍ਹਾਂ ਹਸਪਤਾਲ ਲੈ ਕੇ ਮੇਰਾ ਜਵਾਈ ਆ ਰਿਹਾ ਸੀ, ਪੱਤੋ ਕਿਤੋਂ ਅੱਗੇ ਆ ਕੇ ਨਾ ਮਾਂਗਾ ਮੰਡੀ ਕੋਲ ਮੇਰੀ ਬੇਟੀ ਨੇ ਦੁਨੀਆ ਤੇ ਨਹੀਂ ਰਹੀ। ਮੇਰੇ ਦਮਾਦ ਨੇ ਫਿਰ ਵੀ ਮੈਨੂੰ, ਅਸੀਂ ਇੰਤਜ਼ਾਰ ਕਰ ਰਹੇ ਇੱਥੇ ਜਿਨ੍ਹਾਂ ਹਸਪਤਾਲ ਦੇ ਗੇਟ ਅੱਗੇ। ਉਹਨੂੰ ਜਿਸ ਅਵਤਾਰਾ ਨੇ ਡਾਕਟਰ ਕੋਲ ਲੈ ਗਏ ਤੇ ਉਹਨੇ ਆਖਿਆ ਵੀ ਇਹ ਤਾਂ ਘੰਟਾ ਡੇਢ ਹੋ ਗਿਆ, ਇਹਨੂੰ ਦੁਨੀਆ ਤੇ ਨਹੀਂ ਰਹੀ, ਤੇ ਫੌਤ ਹੋ ਗਈ ਹੈ। ਤੇ ਉਸ ਤੋਂ ਬਾਅਦ ਜਿਹੜਾ ਨਾ ਮੇਰੀ ਮਈਅਤ ਜਿਹੜੀ ਮੇਰੀ ਬੇਟੀ ਦੀ ਸੀ, ਐਂਬੂਲੈਂਸ 'ਚ ਲੈ ਤੇ ਅਸੀਂ ਵਾਪਸ ਹਵੇਲੀ ਲੱਖਾ ਗਏ। ਐਸਐਚ ਨੂੰ ਅਸੀਂ ਕਾਲ ਕੀਤੀ ਵੀ ਇਹ ਗੱਲ ਹੈਗੀ ਹੈ ਤੇ ਵੀ ਉਹ ਤਾਂ ਫੌਤ ਹੋ ਗਈ ਹੈ। ਉਹਨਾਂ ਨੇ ਕਿਹਾ ਜੀ ਪਹਿਲੇ ਆਂਦਾ ਥਾਣੇ ਆਓ, ਮੁੜ ਕਹਿੰਦਾ ਨਹੀਂ ਤੁਸੀਂ ਹਸਪਤਾਲ ਆ ਜਾਓ। ਅਸੀਂ ਹਸਪਤਾਲ, ਸਾਨੂੰ ਉਹਨਾਂ ਅੱਗੋਂ ਹੀ ਸਾਡੇ ਰਸਤੇ 'ਤੇ ਹੀ ਖੜੇ ਸਨ, ਸਾਨੂੰ ਉਡੀਕਦੇ, ਉਹਨਾਂ ਹਸਪਤਾਲ ਹੀ ਸਾਨੂੰ ਲੈ ਗਏ। ਉੱਥੋਂ ਫਿਰ ਸਾਨੂੰ ਥਾਣੇ ਲਿਆਏ ਨੇ, ਮੇਰੀ ਬੇਟੀ ਦੀ ਮਈਅਤ ਵੀ ਥਾਣੇ ਲੈ ਕੇ ਆਏ ਨੇ, ਮੈਨੂੰ ਵੀ ਥਾਣੇ ਲਿਆ, ਮੈਨੂੰ ਉਤਾਰ ਕੇ ਤੇ ਬਿਠਾਇਆ ਨੇ ਕੁਰਸੀ ਦੇ ਉੱਤੇ। ਮੇਰੇ ਕੋਲੋਂ ਪੁੱਛਿਆ ਨੇ, ਬੇਟਾ ਮੈਨੂੰ ਨਹੀਂ ਪਤਾ, ਮੇਰੇ ਕੋਲੋਂ ਇਹ FIR ਕੱਟਦੇ ਪਏ ਨੇ ਜਾਂ ਜੋ ਕਾਰਨ ਮੇਰੇ ਕੋਲ ਇਹ ਪੁੱਛਿਆ ਨੇ ਵੀ ਤੇ ਕੀ ਵਕੂਆ ਹੈ ਤੇਰੀ ਬੇਟੀ ਦਾ। ਮੈਂ ਉਹਨੂੰ ਕਿਹਾ ਵੀ ਇਸ ਤਰੀਕੇ ਤਸਵੀਰਾਂ ਇਹਨਾਂ ਬਣਾਈਆਂ ਨੇ, ਵਾਇਰਲ ਕੀਤੀਆਂ ਨੇ ਤਸਵੀਰਾਂ ਮੇਰੀ ਬੇਟੀ ਦੀਆਂ, ਇਹ ਤਸਵੀਰਾਂ ਨੇ, ਇਹ ਸਾਡੇ ਕੋਲੋਂ ਦਰਖਾਸਤ ਹੈ ਜਿੰਦੇ ਬਣੇ ਇਹਨਾਂ ਦੇ ਨੋਟਿਸ ਆਉਂਦੇ ਨੇ। ਨੋਟਿਸ ਇਹ ਜਾਂਦੇ ਵੀ ਨਹੀਂ ਹੈ ਨੋਟਿਸਾਂ 'ਤੇ, ਕੋਈ ਇੱਕ ਦਿਨ ਵੀ ਨਹੀਂ ਨੋਟਿਸਾਂ 'ਤੇ ਗਏ ਤੇ ਇਹਦੇ 'ਤੇ ਥੁੱਕਦੇ ਵੀ ਰਹੇ ਨੇ। ਇਹਨੂੰ ਇਹ ਵੀ ਗੱਲ ਹੈ ਤਨਜ਼ਬਾਜ਼ੀ ਵੀ ਕੀਤੀ ਨੇ, ਇਹਨੂੰ ਇਹ ਵੀ ਕੀਤਾ ਨੇ, ਸ਼ਾਇਦ ਉਸ ਵਜ੍ਹਾ ਲੱਗ ਗਈ ਹੈ, ਆਪੇ ਖੁਦਕਸ਼ੀ ਕੀਤੀ ਗਈ ਜਾਂ ਕਰਵਾਈ ਗਈ, ਇਹ ਸਾਨੂੰ ਨਹੀਂ ਅਜੇ ਕੋਈ ਪਤਾ। ਜਿੰਦੀ ਤੋਂ ਇਹਨਾਂ ਸਾਨੂੰ FIR ਦੀ ਜਿਹੜੀ ਕਾਪੀ ਦਿੱਤੀ ਨੇ ਉਹਦੇ 'ਤੇ ਸਾਡੀ ਬੇਟੀ ਦੀ ਖੁਦਕਸ਼ੀ ਨਾ ਪਾ ਦਿੱਤੀ ਹੈ। ਤਫਸੀਸ਼ ਕੋਈ ਇਹਨਾਂ ਨੇ ਕੀਤੀ ਹੈਗੀ ਵੀ ਸਾਨੂੰ ਬੁਲਾਉਂਦੇ, ਸਾਰਿਆਂ ਨੂੰ, ਸਾਰੇ ਜੀਆਂ ਨੂੰ ਬੁਲਾਉਂਦੇ, ਪੁੱਛਦੇ ਤੇ ਸਾਨੂੰ ਕੋਈ ਹੋਰ ਸਾਡੇ ਪਿੰਡ ਦੇ ਬੰਦਿਆਂ ਕੋਲ ਪੁੱਛਦੇ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਇੱਕ ਬਿਆਨ ਦਿੰਦਾ ਤੇ ਇੱਕ ਮੁਦਈ ਬਣਦਾ। ਮੇਰੇ ਇਕੱਲੀ ਦੇ ਬਿਆਨ, ਮੈਂ ਲਾਹੌਰ ਗਈ ਹਾਂ, ਮੈਂ ਪਿੰਡ ਵਿੱਚ ਨਹੀਂ ਮੌਜੂਦ ਸੀ, 2 ਮਹੀਨਿਆਂ ਤੋਂ ਮੈਂ ਨਹੀਂ ਪਿੰਡ 'ਚ ਰਹਿ ਰਹੀ ਸੀ, ਜਿਸ ਵਜ੍ਹਾ ਤੋਂ ਮੇਰੀ FIR ਠੀਕ ਨਹੀਂ ਕੱਟੀ ਗਈ। ਮੇਰੇ ਬਿਆਨ ਠੀਕ ਜਿਹੜੇ ਨੇ ਇਹਨਾਂ ਨਹੀਂ ਲਏ। ਦਿਨ ਗੁਜ਼ਰਨ ਤੋਂ ਬਾਅਦ ਜਿਹੜਾ ਪਤਾ ਚੱਲਦਾ ਪਿਆ ਨਾ ਮੇਰੀ ਬੇਟੀ ਨਾਲ ਜ਼ਿਆਦਤੀ ਕੋਈ ਕੀਤੀ ਗਈ, ਰਸਤੇ ਵਿੱਚ ਹੀ ਇਹਨਾਂ ਕੋਈ ਇਹਨੂੰ ਸ਼ਾਇਦ ਦੇ ਦਿੱਤੀ ਹੈ, ਕਤਲ ਕੀਤੀ ਗਈ। ਇਹ ਕਿੰਨੇ ਦੱਸਿਆ ਤੁਹਾਨੂੰ? ਇਹ ਮੇਰੀ ਬੇਟੀ ਦੇ ਜਿਹੜੇ ਮੋਬਾਈਲ ਸਾਈਬਰ ਕ੍ਰਾਈਮ ਦੇ ਵਿੱਚੋਂ ਨਿਕਲੇ ਨਾ, ਜਿਹੜਾ ਡੇਟਾ ਨਿਕਲਿਆ, ਉਸ ਚੀਜ਼ ਡੇਟੇ ਦੇ ਵਿੱਚੋਂ ਜਿਹੜੀਆਂ ਧਮਕੀਆਂ ਨਿਕਲਦੀਆਂ ਪਈਆਂ ਉਹ ਮੇਰੇ ਕੋਲ ਮੌਜੂਦ ਹੈਗੀਆਂ ਨੇ। ਪੁਲਿਸ ਅਗਰ ਮੇਰੀਆਂ ਸੁਣੇ, ਔਰ ਪੁਲਿਸ ਨੂੰ ਮੈਂ ਭੇਜ ਵੀ ਦਿੱਤੀਆਂ ਨੇ, ਮੈਂ ਸਰਵਰ ਸਾਹਿਬ ਨੂੰ ਫੋਨ ਵੀ ਕੀਤਾ, ਮੈਂ ਉਹਨੂੰ ਦੱਸ ਵੀ ਦਿੱਤਾ ਵੀ ਇਹ ਚੀਜ਼ਾਂ ਨੇ ਤੇਰੇ ਕੋਲ, ਇਹਨੂੰ ਚੈੱਕ ਕਰ ਤੇ ਮੇਰੀ ਬੇਟੀ ਦੇ ਪਰਚੇ ਨੂੰ ਵੇਖ, ਮੇਰੀ ਬੇਟੀ ਕਿਵੇਂ ਮਰ ਸਕਦੀ ਹੈ, ਇਹ ਬੰਦਾ ਕੀ ਕਹਿ ਰਿਹਾ। माँ और बेटी का रिश्ता
शुरू से ही बड़ा आला है, क्योंकि हर माँ जो है बेटी के बहुत करीब होती है और बेटी जो है अपनी माँ को अपनी दोस्त समझती है। क्या आपकी बेटी ने कभी आपसे इज़हार नहीं किया था कि माँ मुझे धमकियाँ मिल रही हैं या मुझे कोई मारने की कोशिश कर रहा है, मुझे तंग किया जा रहा है? आपको क्या तासुरात लगते थे कि क्या वो खुदकुशी कर सकती थी? नहीं, 4 ਬੱਚੇ ਕਿਵੇਂ ਛੱਡ ਤੇ ਖੁਦਕੁਸ਼ੀ ਕਰ ਸਕਦੀ ਹੈ। ਮੈਂ ਮਾਂ, ਮੈਨੂੰ ਵੀ ਆਪਣੇ ਬੱਚਿਆਂ ਦਾ ਪਤਾ ਹੈ। ਮੈਂ ਅੱਜ ਵੀ ਮੈਂ ਜ਼ਿੰਦਾ ਹਾਂ ਨਾ, ਇਹ ਮੈਂ ਅੱਲਾ ਦੇ ਤਰਫੋਂ ਆ। ਮੇਰਾ ਦਿਲ, ਮੈਂ ਖਾਣਾ ਨਹੀਂ ਖਾਂਦੀ, ਮੇਰਾ ਦਿਲ ਨਹੀਂ ਕਰਦਾ, ਪਾਣੀ ਨਹੀਂ ਪੀਂਦੀ, ਮੇਰਾ ਦਿਲ ਨਹੀਂ ਕਰਦਾ। ਮੇਰੀ ਬੇਟੀ ਦਾ ਵਿੱਚ ਚਿਹਰਾ ਨਜ਼ਰ ਆਉਂਦਾ ਹੈ, ਉੱਥੇ ਮੇਰੇ ਕੋਲ ਹਰ ਚੀਜ਼ ਡਿੱਗ ਜਾਂਦੀ ਹੈ, ਲੇਕਿਨ ਮੈਂ ਨਹੀਂ ਮੰਨ ਸਕਦੀ ਮੇਰੀ ਬੱਚੀ ਨੇ ਜ਼ਹਿਰ ਖਾਧੀ ਹੋਵੇ। ਜਿਸ ਆਦਮੀ ਦੀਆਂ ਧਮਕੀਆਂ ਹਨ ਨਾ ਮੇਰੀ ਬੇਟੀ ਦੇ ਉੱਪਰ ਲੱਗੀਆਂ ਹੋਈਆਂ, ਜਿਹੜੀਆਂ ਵੈਸਾਂ ਸਾਡੇ ਕੋਲ ਮੌਜੂਦ ਹੈਗੀਆਂ ਨੇ, ਉਹਦੇ ਵਿੱਚ ਸਾਨੂੰ ਨਹੀਂ ਲੱਗਦਾ ਸਾਡੀ ਬੇਟੀ ਨੇ ਜ਼ਹਿਰ ਖਾਧੀ। ਸਾਡੀ ਬੇਟੀ ਨੂੰ ਖਿਲਾਈ ਗਈ ਹੈ। ਪਿੱਛਾ ਕੋ ਕਰ ਰਿਹਾ ਸੀ ਮੇਰੀ ਬੱਚੀ ਦਾ, ਉਸ ਪਿੱਛੇ ਦੇ ਦੌਰਾਨ ਵਿੱਚ ਮੇਰੀ बेटी ਨੂੰ ਕਿਸੇ ਨੇ ਰਸਤੇ ਵਿੱਚ ਹੀ सब कुछ कर ਦਿੱਤਾ। अभी मीडिया के सामने आने का क्या मकसद है आपका? ਮੀਡੀਆ ਦੇ ਸਾਹਮਣੇ ਆਉਣ ਦਾ ਇਹ ਮਕਸਦ ਹੈਗਾ, ਮੇਰੀ ਜਿਹੜੀ ਹਕੀਕਤ ਹੈਗੀ ਹੈ ਨਾ, ਮੇਰੀ ਬੇਟੀ ਤਾਂ ਦੁਨੀਆ ਤੋਂ ਚਲੀ ਗਈ, ਉਸ ਚੀਜ਼ ਨੂੰ ਵੀ ਨਜ਼ਰ ਕੀਤਾ ਜਾਵੇ। ਉਸ ਤੋਂ ਬਾਅਦ ਮੇਰੇ ਤੇ 3 ਹਮਲੇ ਹੋਏ ਨੇ, ਇਸ ਚੀਜ਼ ਨੂੰ ਵੀ ਨਜ਼ਰ, ਦੋਨੋਂ ਚੀਜ਼ਾਂ ਨੂੰ ਮਿਲਾ ਕੇ ਕੀ ਕਹਾਣੀ ਹੈ, ਇਹ ਕਿਉਂ ਐਸੇ ਹੋ ਰਹੀ ਹੈ, ਇੱਕ ਕਤਲ ਦੂਸਰਾ ਕਿਉਂ ਹੋ ਰਹੀ ਹੈ, ਅਸਲ ਵਜ੍ਹਾ ਕੀ ਹੈ। ਫਿਰ ਮੈਨੂੰ ਵਜ੍ਹਾ ਉਹੀ ਨਜ਼ਰ ਆਈ ਹੈ ਜਿਹੜੀ ਵਜ੍ਹਾ ਇਹ ਧੰਦਾ ਫਰੋਸ਼, ਜਿਸਮ ਫਰੋਸ਼ੀ, ਨਸ਼ਾ ਫਰੋਸ਼ੀ ਕਰਦੇ ਨੇ, ਉਸ ਚੀਜ਼ ਦਾ ਮੇਰੀ ਬੇਟੀ ਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਸ਼ਾਇਦ ਇਸ ਵਜ੍ਹਾ ਤੋਂ ਕਰਦੇ ਸਨ, ਸਾਡਾ ਕੋਈ ਇਹ ਇਸ ਤਰੀਕੇ ਨਾਲ, ਪਰ ਇਤਨਾ ਉਹਨਾਂ ਨੂੰ ਖੌਫ ਹੁੰਦਾ ਹੈ ਤੇ ਕਿੰਨੇ ਸਾਲਾਂ ਤੋਂ ਇਹ ਚੱਲ ਰਿਹਾ ਧੰਦਾ, ਤੇ ਇਹ ਅੱਜ ਦੀ ਗੱਲ ਹੈਗੀ ਹੈ। ਇਸ ਦੇ ਪਿੱਛੇ ਕੋਈ ਵਜ੍ਹਾ, ਜਿੰਦੀ ਵਜ੍ਹਾ ਤੋਂ ਵਨਫਾਈ ਕਾਲ 2 ਵਾਰੀ ਮੈਂ ਕੀਤੀ ਆਦੀ ਜਾਨ ਬਚਾਉਣ ਵਾਸਤੇ। ਮੇਰੀ ਵਨਫਾਈ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ, ਮੈਨੂੰ ਬਚਾਇਆ ਨਹੀਂ ਗਿਆ। ਇਹ ਉੱਪਰ ਤੱਕ ਗੱਲ ਕਿਉਂ ਹੈ ਜਿਹੜੀ ਵਨਫਾਈ ਨਹੀਂ ਆਈ, ਤੇ ਤਾਂ ਲੰਮਾ ਕੋ ਜਿਹੜਾ ਪ੍ਰੋਸੀਜਰ ਜਿਹੜਾ ਨਾ ਕੋਈ ਲੰਬਾ ਹੈ। ਮੈਂ ਆਵਾਜ਼ ਮੀਡੀਆ ਅੱਗੇ ਇਸ ਲਈ ਲੈ ਕੇ ਆਈ ਹਾਂ, ਇਹ ਜਿਹੜਾ ਪ੍ਰੋਸੀਜਰ ਦੋਨੋਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਵੇਖਿਆ ਜਾਵੇ। ਇੱਕ ਬੇਟੀ ਕਤਲ ਹੋ ਗਈ, ਦੂਸਰੀ ਮਾਂ ਦੇ ਉੱਤੇ ਹਮਲੇ ਹੋ ਰਹੇ ਨੇ, ਇਸ ਹਮਲਿਆਂ ਦੇ ਪਿੱਛੇ ਕੀ ਰਾਜ਼ ਹੈ, क्यों हो रहे ने? ये नशे की फरोख्त और ये जिस्म फरोशी जो है, ये क्या वही जो नामवर चाचा है उसके बच्चे करते हैं? जी, ਉਹਨਾਂ ਦੇ ਕੋਈ ਚੀਜ਼ ਨਹੀਂ ਉਹਨਾਂ ਦੇ ਕੋਲ ਮੌਜੂਦ, ਕੋਈ ਕਾਰੋਬਾਰ ਨਹੀਂ ਮੌਜੂਦ ਹੈ, ਕੋਈ ਉਹਨਾਂ ਕੋਲ ਕੁਛ ਵੀ ਨਹੀਂ ਮੌਜੂਦ ਹੈਗਾ। ਕੋਈ ਕਾਰੋਬਾਰ ਆਖੀਏ ਨਾ ਕਰਦੇ ਨੇ, ਕੋਈ ਜੋਬ ਕਰਦਾ ਹੈ, ਕੋਈ ਆਹੀ ਵੀ ਕੋਈ ਭਾਈ ਕਿਸੇ ਚੀਜ਼ ਦਾ ਕਾਰੋਬਾਰ ਕਰਦਾ, ਕੋਈ ਨਹੀਂ। ਤੇ ਉਹਨਾਂ ਕੋਲ ਇਤਨਾ ਹਰ ਮਾਲ, ਉਹਨਾਂ ਕੋਲ ਪੈਸਾ, ਉਹਨਾਂ ਕੋਲ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ। ਇੱਕ ਦੂਸਰਾ ਸਾਨੂੰ ਸਭ ਪਤਾ ਹੈਗਾ ਜਿੱਥੋਂ ਆ ਰਹੀਆਂ ਨੇ, ਅੱਡਾ ਕਿੱਥੇ ਨਾ ਬਣਾਇਆ ਜਿਸਮ ਫਰੋਸ਼ੀ ਵਾਲਾ। ਦੂਸਰਾ ਇਹ ਸਾਨੂੰ ਪਤਾ ਹੈਗਾ ਵੀ ਇਹ ਜਿਹੜੇ ਜਿਤਨੇ ਜੀ ਨੇ ਕੀ ਵੇਚਦੇ ਨੇ, ਉਹ ਵੀ ਸਾਨੂੰ ਪਤਾ ਹੈਗਾ। ਤੇ ਇਸ ਵਜ੍ਹਾ ਤੋਂ ਅਸੀਂ ਜਿਹੜਾ ਨਾ ਕੋਈ ਹੋਰ ਆਵਾਜ਼ ਨਹੀਂ ਉਠਾਉਂਦਾ, ਉਹ ਇਸ ਕਾਬਲ ਹੀ ਨਹੀਂ ਹੈਗੇ। ਠੀਕ ਹੈ, ਤੇ ਮੈਂ ਅਲੈਦਗੀ ਵਿੱਚ ਜੋ ਮੈਨੂੰ ਨਜ਼ਰ ਮੌਤ ਆਦੀ, ਜਿਸ ਲਈ ਮੈਨੂੰ ਬਾਰ-ਬਾਰ ਬਚਾਇਆ 3 ਹਮਲਿਆਂ ਤੋਂ, ਉਸ ਦੌਰਾਨ 'ਚ ਮੈਂ ਥੋੜ੍ਹਾ ਜਿਹਾ ਮਜ਼ਬੂਤ ਹੋਈ ਹਾਂ ਤੇ ਮੈਂ ਕੋਸ਼ਿਸ਼ ਕੀਤੀ ਆਵਾਜ਼ ਆਦੀ ਉਠਾਉਣ ਵਾਸਤੇ ਵੀ ਜਿਹੜੇ ਦੂਸਰੇ ਲੋਕ ਹੋਰ भी जलील हो रहे हैं वो बच जावन। सही जी नाज़रीन, इस वक्त हमारे साथ मासूम नबीला की वालदा मौजूद थी, जिन्होंने ये सब सारा कुछ बताया है कि वजूहात जो ये अपने अल्फाजों से बयान कर रही हैं वो ये है कि शायद वो जिस्म फरोशी का धंधा करते हैं, शायद वो नशा फ़रोख्त करते हैं। इस वजह से वो इन सबूतों को मिटाना चाहते हैं ताकि उनके ख़िलाफ़ कोई आवाज़ उठा ना सके। तो हमारे कानून से भी अपील है कि इनको तहफ़्फ़ुज़ फ़राहम किया जाए और इनके पास जितने भी सबूत हैं वो इनसे लेकर, तो ज़ाहिर है कि जो मुजरिम हैं उनको सलाखों के पीछे डाला जाए ताकि इनके भी कलेजे को शायद ठंडक पड़ सके, वरना जवान बेटी की मौत कहाँ माँ को सुकून आने देती है। अपनी कीमती राय से आगाह कीजिएगा कमेंट सेक्शन के अंदर। अभी तक के लिए हमें दीजिए इजाज़त। अल्लाह हाफ़िज़।